ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਅੱਜ ਦੇ ਵਚਨ ਨੂੰ ਸਾਨੂੰ ਸਮਝਣ ਅਤੇ ਸਿੱਖਣ ਦੇ ਲਈ ਸਾਡੀ ਮਦਦ ਕਰ, ਔਰ ਇਸ ਦਿਨ ਦੇ ਵਿੱਚ ਤੇਰੀ ਇਬਾਦਤ ਸਾਡੇ ਜੀਵਨ ਦੇ ਲਈ ਤੇਰੀ ਆਸ਼ੀਸ਼ ਦਾ ਕਾਰਨ ਬਣੇ, ਔਰ ਇਸ ਦੇ ਵਿੱਚ ਸਾਡੇ ਜੀਵਨਾਂ ਦੇ ਰਾਹੀਂ ਤੇਰਾ ਹੀ ਨਾਮ ਉੱਚਾ ਹੋਵੇ। ਅਜਿਹਾ ਹੋਣ ਦੇ ਲਈ ਮਦਦ ਕਰ। ਇਸ ਵਚਨ ਨੂੰ ਜੋ ਅਸੀਂ ਪੜ੍ਹਨ ਜਾ ਰਹੇ ਹਾਂ, ਸਿੱਖਣ ਜਾ ਰਹੇ ਹਾਂ, ਇਸ ਦੇ ਵਿੱਚ ਹਰ ਇੱਕ ਨੂੰ ਆਪਣੀ ਆਸ਼ੀਸ਼ ਦੇ। ਸਭੋ ਕੁਝ ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ, ਆਮੇਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ, ਉਹਦੀ ਮਹਿਮਾ ਦੇ ਲਈ, ਉਹਦੀ ਉਸਤਤ ਲਈ, ਸਿੱਖਣ ਦੇ ਲਈ, ਉਹ ਹੈ ਕੂਚ ਦੀ ਪੁਸਤਕ 27 ਅਧਿਆਏ ਉਸ ਦੀ 20 ਆਇਤ। ਇੱਥੇ ਲਿਖਿਆ ਹੈ, ਤੂੰ ਇਸਰਾਏਲੀਆਂ ਨੂੰ ਹੁਕਮ ਦੇ ਕਿ ਉਹ ਤੇਰੇ ਕੋਲ ਨਰੋਲ, ਕੁਟਾਵਾਂ, ਜੈਤੂਨ ਦਾ ਤੇਲ ਚਾਨਣੇ ਲਈ ਲਿਆਉਣ, ਤਾਂ ਜੋ ਸ਼ਮਾਦਾਨ ਸਦਾ ਜਗਦਾ ਰਹੇ। ਇਹ ਜੋ ਵਚਨ ਹੈ, ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਸਬਜੈਕਟ ਲਿਆ ਹੈ, ਪਰਮੇਸ਼ਵਰ ਦੀ ਦਇਆ ਤੇ ਕਿਰਪਾ ਦਾ ਸੰਦੇਸ਼ ਚਾਨਣ ਦੇ ਵਜੋਂ ਫੈਲਾਉਣਾ। ਪਰਮੇਸ਼ਵਰ ਦੀ ਦਇਆ ਤੇ ਕਿਰਪਾ ਦਾ ਸੰਦੇਸ਼ ਚਾਨਣ ਦੀ ਵਜੋਂ ਫੈਲਾਉਣਾ। ਇਹ ਜੋ ਵਚਨ ਹੈ, ਇਹ ਸ਼ਮਾਦਾਨ ਦੇ ਲਈ ਤੇਲ ਦਾ ਹੈ। ਜਦੋਂ ਇਸਰਾਏਲੀਆਂ ਨੂੰ ਸ਼ਰ੍ਹਾ ਦਿੱਤੀ ਗਈ, ਉਸ ਤੋਂ ਬਾਅਦ ਜੋ ਤੰਬੂ, ਜਿਸ ਨੂੰ ਪਰਮੇਸ਼ਵਰ ਨੇ ਇਸਰਾਏਲੀਆਂ ਨੂੰ ਮੂਸਾ ਦੇ ਰਾਹੀਂ ਦਰਸ਼ਨ ਦੇ ਸਵਰੂਪ ਦੱਸਿਆ ਸੀ, ਤੁਸੀਂ ਉਸ ਵਿੱਚ ਕੀ ਰੱਖਣਾ ਹੈ ਅਤੇ ਉਸ ਦੇ ਲਈ ਜੋ ਜੋ ਜ਼ਰੂਰਤਾਂ ਹੈ, ਜੋ ਜੋ ਚੀਜ਼ਾਂ ਚਾਹੀਦੀਆਂ ਹੈ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਇਕੱਠੇ ਕਰਕੇ ਪਰਮੇਸ਼ਵਰ ਦੇ ਹਜ਼ੂਰੀ ਵਿੱਚ ਲੈ ਕੇ ਆਉਣਾ ਹੈ। ਔਰ ਇਹ ਤੰਬੂ ਦਾ, ਸ਼ਮਾਦਾਨ ਦਾ, ਤੇਲ ਦਾ ਇੱਕ ਖੱਡ ਹੈ ਜੋ ਇੱਥੇ ਪਰਮੇਸ਼ਵਰ ਨੇ ਮੂਸਾ ਦੇ ਰਾਹੀਂ ਇਸਰਾਏਲੀਆਂ ਨੂੰ ਸੰਦੇਸ਼ ਦਿੱਤਾ ਸੀ। ਤੰਬੂ ਵਿੱਚ ਅਖੰਡ ਜਗਦੇ ਹੋਏ ਦੀਪਕ ਦੇ ਰਾਹੀਂ ਪ੍ਰਭੂ ਆਪਣੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਮੇਰਾ ਕੰਮ ਇੱਕ ਹੀ ਤਰੀਕੇ ਨਾਲ ਹੋ ਸਕਦਾ ਹੈ, ਮੇਰੇ ਆਤਮਾ ਦੇ ਰਾਹੀਂ, ਮੇਰੇ ਆਤਮਾ ਦੇ ਰਾਹੀਂ। ਪ੍ਰਭੂ ਕਿੰਨੀ ਸਪਸ਼ਟਤਾ ਅਤੇ ਸੁੰਦਰਤਾ ਦੇ ਨਾਲ ਆਖ ਰਿਹਾ ਹੈ। ਫਿਰ ਵੀ ਕਿੰਨੀ ਹੀ ਵਾਰ ਅਸੀਂ ਸਮਝਦੇ ਹਾਂ ਕਿ ਮਨੁੱਖੀ ਬਲ, ਜਾਇਦਾਦ ਦੇ ਨਾਲ ਪ੍ਰਭੂ ਦਾ ਕੰਮ ਨਹੀਂ ਹੋ ਸਕਦਾ। ਮਨੁੱਖੀ ਬਲ, ਜਾਇਦਾਦ ਦੇ ਨਾਲ ਪ੍ਰਭੂ ਦਾ ਕੰਮ ਨਹੀਂ ਹੋ ਸਕਦਾ। ਸੋਨੇ ਦੇ ਦੀਵਟ ਦੇ ਕੋਲ ਜਲ ਪਾਈ ਦੇ 2 ਵ੍ਰਿਕਸ਼ ਸਨ ਅਤੇ ਉਹਨਾਂ ਦੇ ਰਾਹੀਂ ਪਰਮੇਸ਼ਵਰ ਜ਼ਕਰਿਆ ਨੂੰ ਆਖ ਰਿਹਾ ਸੀ ਕਿ ਜਾਜਕ ਸਭ ਜਗ੍ਹਾ ਮੇਰੀ ਕਿਰਪਾ ਦਾ ਸੰਦੇਸ਼ ਦੇਣ, ਮੇਰੀ ਕਿਰਪਾ ਦਾ ਸੰਦੇਸ਼ ਦੇਣ ਅਤੇ ਜਾ ਕੇ ਸਭ ਜਗ੍ਹਾ ਮੇਰੀ ਕਿਰਪਾ ਦਾ ਸੰਦੇਸ਼ ਦੇਣ। ਜੋ ਮੈਂ ਪਾਪ ਦਾ ਨਿਆਂ ਕਰਾਂ ਤਾਂ ਵੀ ਮੇਰੀ ਕਿਰਪਾ ਅਤੇ ਦਇਆ ਘੱਟ ਨਹੀਂ ਹੋਵੇ। ਪਰਮੇਸ਼ਵਰ ਦਾ ਸੰਦੇਸ਼ ਜ਼ਕਰਿਆ ਦੇ ਰਾਹੀਂ ਸਭਨਾ ਇਸਰਾਏਲੀਆਂ ਅਤੇ ਉਹਨਾਂ ਯਾਜਕਾਂ ਦੇ ਵਿੱਚ ਦਿੱਤਾ ਗਿਆ ਕਿ ਜੋ ਇਹ ਤੇਲ ਅਤੇ ਜੋ ਦੀਵਟ ਦੇ ਵਿੱਚ ਪਾਇਆ ਜਾਣਾ ਹੈ, ਇਹ ਇਸ ਚੀਜ਼ ਦਾ ਹੈ ਕਿ ਜੋ ਮੈਂ ਪਾਪ ਦਾ ਨਿਆਂ ਕਰਾਂ ਤਾਂ ਵੀ ਮੇਰੀ ਕਿਰਪਾ ਅਤੇ ਦਇਆ ਘੱਟ ਨਹੀਂ ਹੋਈ। ਅੱਜ ਵੀ ਉਹੀ ਸੰਦੇਸ਼ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਹੈ ਕਿ ਉਸ ਦੀ ਕਿਰਪਾ ਅਤੇ ਦਇਆ ਘੱਟ ਨਹੀਂ ਹੋ ਰਹੀ, ਕਿਉਂਕਿ ਪੌਲਸ ਇਹੀ ਕਹਿੰਦਾ ਹੈ, ਮੇਰੀ ਕਿਰਪਾ ਪ੍ਰਭੂ ਦੇ ਵਚਨ ਦੇ ਵਿੱਚ, ਜਦੋਂ ਬਿਮਾਰ ਸਾਂ, ਜਦੋਂ ਉਹਦੇ ਕੰਡਾ ਚੁੱਭਿਆ ਹੋਇਆ ਸਾਂ, ਤਦ ਪ੍ਰਭੂ ਦਾ ਸੰਦੇਸ਼ ਇੱਕੋ ਹੀ ਉਹਦੇ ਕੋਲ ਆਇਆ, ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ। ਇਹ ਕਿਰਪਾ ਚਾਨਣ ਦੇ ਸਵਰੂਪ ਹੈ। ਇਹ ਕਿਰਪਾ ਉਸ ਚਾਨਣ ਦੇ ਸਵਰੂਪ ਹੈ ਜੋ ਮਸੀਹ ਯਿਸੂ ਦੇ ਰਾਹੀਂ
ਮੇਰੇ ਜੀਵਨ ਦੇ ਵਿੱਚ ਉੰਡੇਲੀ ਗਈ ਹੈ, ਪਾਈ ਗਈ। ਔਰ ਉਹ ਕਹਿੰਦਾ ਹੈ ਕਿ ਇਹ ਬਦਲੇਗੀ ਨਹੀਂ, ਇੱਕੋ ਜਿਹੀ ਰਹੇਗੀ, ਕਿਉਂਕਿ ਪਰਮੇਸ਼ਰ ਨਾ ਬਦਲਦਾ ਹੈ, ਨਾ ਪਰਮੇਸ਼ਰ ਆਪਣੇ ਜੀਵਨ ਦੇ ਵਿੱਚ ਆਪਣੇ ਸੰਦੇਸ਼ ਨੂੰ ਸਾਡੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਬਦਲਣ ਦਾ ਉਦੇਸ਼ ਦਿੰਦਾ ਹੈ। ਜੋ ਪਰਮੇਸ਼ਰ ਕਹਿੰਦਾ ਉਹ ਹੁੰਦਾ ਹੈ। ਜ਼ਕਰਿਆ 4:7 ਵਿੱਚ ਇਹ ਗੱਲ ਲਿਖੀ ਹੋਈ ਹੈ, ਦਇਆ ਤੇ ਕਿਰਪਾ। ਆਪਣੇ ਪਰਮੇਸ਼ਰ ਦਾ ਇਹ ਸੰਦੇਸ਼ ਫੈਲਾਉਣਾ ਇਸਰਾਈਲੀਆਂ ਨੂੰ ਸੰਦੇਸ਼ ਦਿੱਤਾ ਗਿਆ। ਸਾਨੂੰ ਜਾ ਕੇ ਪਰਮੇਸ਼ਰ ਦੀ ਕਿਰਪਾ ਹਰ ਜਗ੍ਹਾ ਦੇ ਉੱਤੇ ਦੱਸਣ ਦੀ ਲੋੜ ਹੈ। ਕਿਰਪਾ ਦਾ ਮਤਲਬ ਕੀ ਹੈ? ਕਿਰਪਾ ਦਾ ਅਰਥ ਕੀ ਹੈ? ਇਹਨੂੰ ਗ੍ਰੇਸ ਕਿਹਾ ਗਿਆ ਇੰਗਲਿਸ਼ ਦੇ ਵਿੱਚ, ਹਿੰਦੀ ਦੇ ਵਿੱਚ ਵੀ ਅਨੁਗ੍ਰਹਿ ਕਿਹਾ ਗਿਆ, ਔਰ ਪੰਜਾਬੀ ਦੇ ਵਿੱਚ ਇਸ ਨੂੰ ਕਿਰਪਾ ਕਿਹਾ ਗਿਆ, ਉਰਦੂ ਦੇ ਵਿੱਚ ਇਹਨੂੰ ਫਜ਼ਲ ਕਿਹਾ ਗਿਆ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਜਿਸ ਦੇ ਮੈਂ ਲਾਇਕ ਨਹੀਂ ਸੀ, ਮੈਂ ਪਰਮੇਸ਼ਰ ਦੇ ਲਾਇਕ ਨਹੀਂ ਸੀ, ਪਰਮੇਸ਼ਰ ਨੇ ਮੈਨੂੰ ਆਪਣੇ ਪੁੱਤਰ ਦੇ ਰਾਹੀਂ ਉਸ ਦੇ ਲਾਇਕ ਬਣਾ ਦਿੱਤਾ, ਉਸ ਦੇ ਪੁੱਤਰ ਹੋਣ ਦੇ ਯੋਗ ਬਣਾ ਦਿੱਤਾ। ਪਾਪ ਦੇ ਕਾਰਨ ਮੈਂ ਪਰਮੇਸ਼ਰ ਦੀ ਸੰਤਾਨ ਨਹੀਂ ਬਣ ਸਕਦਾ ਸੀ, ਪਰ ਪਰਮੇਸ਼ਰ ਪੁੱਤਰ ਦੇ ਪਾਪ ਦੇ ਪ੍ਰਤੀ ਦਿੱਤੇ ਗਏ ਬਲੀਦਾਨ ਦੇ ਰਾਹੀਂ ਜਦੋਂ ਮੈਂ ਨਿਹਚਾ ਕਰਦਾ ਹਾਂ, ਉਸ ਤੇ ਵਿਸ਼ਵਾਸ ਕਰਦਾ ਹਾਂ, ਤਾਂ ਮੈਂ ਪਰਮੇਸ਼ਰ ਦੀ ਸੰਤਾਨ ਬਣ ਜਾਂਦਾ ਹਾਂ। ਇਹ ਕਿਰਪਾ ਹੈ। ਇਹ ਕਿਰਪਾ ਸਾਰੇ ਸੰਸਾਰ ਦੇ ਜਿੰਨੇ ਵੀ ਮਨੁੱਖ ਹੈ, ਮਨੁੱਖ ਜਾਤੀ ਆ, ਉਹਨਾਂ ਦੇ ਲਈ ਪਰਮੇਸ਼ਵਰ ਨੇ ਇੱਕੋ ਵਾਰ ਸਵਰਗੋਂ ਮੇਰੇ ਲਈ ਦੇ ਦਿੱਤੀ ਹੈ। ਜਿਨ੍ਹਾਂ ਨੂੰ ਦੇ ਦਿੱਤੀ ਉਹਨਾਂ ਦਾ ਕੰਮ ਹੈ ਇਸ ਕਿਰਪਾ ਨੂੰ ਫੈਲਾਉਣਾ। ਉਹਨਾਂ ਦਾ ਕੰਮ ਹੈ ਪਰਮੇਸ਼ਰ ਦੀ ਕਿਰਪਾ ਨੂੰ ਪ੍ਰਗਟ ਕਰਨਾ। ਯਹੋਵਾ ਕਹਿੰਦਾ ਹੈ, ਨਾ ਬਲ ਨਾ ਸ਼ਕਤੀ ਨਾਲ, ਪਰ ਮੇਰੇ ਆਤਮਾ ਦੇ ਰਾਹੀਂ ਤੁਸੀਂ ਇਸ ਸੰਦੇਸ਼ ਨੂੰ ਫੈਲਾ ਸਕਦੇ ਹੋ। ਕਿਉਂ? ਜਦੋਂ ਅਸੀਂ ਰਸੂਲਾਂ ਦੇ ਕਰਤੱਵ 1:8 ਪੜ੍ਹਦੇ ਹਾਂ ਤਾਂ ਉੱਥੇ ਪਰਮੇਸ਼ਵਰ ਪੁੱਤਰ ਸਵਰਗ ਤੋਂ ਸੰਦੇਸ਼ ਦੇ ਰਿਹਾ, ਜਿਹੜੇ ਉਹਨੂੰ ਜਾਂਦੇ ਹੋਏ ਦੇਖ ਰਹੇ ਸੀ। ਕੀ ਕਹਿ ਰਿਹਾ? ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਪਹਿਲਾਂ ਯਹੂਦੀਆ, ਇਹ ਨਹੀਂ, ਪਹਿਲਾਂ ਯਰੂਸ਼ਲਮ, ਫਿਰ ਯਹੂਦੀਆ, ਫਿਰ ਸਾਮਰੀਆ, ਫਿਰ ਧਰਤੀ ਦੇ ਬੰਨੇ-ਬੰਨੇ ਤਿੱਕਰ ਤੁਸੀਂ ਮੇਰੇ ਗਵਾਹ ਹੋਵੋਗੇ। ਕਾਹਦੇ ਲਈ? ਪਰਮੇਸ਼ਰ ਦੀ ਦਇਆ ਅਤੇ ਕਿਰਪਾ ਨੂੰ ਫੈਲਾਉਣ ਦੇ ਲਈ, ਜਿਸ ਲਈ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਚੁਣਿਆ ਹੈ। ਜਿਨ੍ਹਾਂ ਨੇ ਇਸ ਸੰਦੇਸ਼, ਇਸ ਖੁਸ਼ਖਬਰੀ ਨੂੰ ਨਹੀਂ ਸੁਣਿਆ ਹੈ, ਉਹ ਇਸ ਖੁਸ਼ਖਬਰੀ ਨੂੰ ਸੁਣ ਕੇ ਪਰਮੇਸ਼ਰ ਦੇ ਇਸ ਸੰਦੇਸ਼ ਨੂੰ ਫੈਲਾਉਣ ਦੇ ਵਿੱਚ, ਉਹਦੇ ਇਜਲਾਸ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ। ਕਿਉਂਕਿ ਸਾਡੇ ਕੋਲ ਪਰਮੇਸ਼ਰ ਨੇ ਸਮਾਂ ਦਿੱਤਾ ਹੈ। ਜੇ ਸਮਾਂ ਪੂਰਾ ਹੋ ਗਿਆ ਤਾਂ ਫਿਰ ਮੁੜ ਕੇ ਸਾਨੂੰ ਇਹ ਮੌਕਾ ਨਹੀਂ ਮਿਲੇਗਾ। ਅੱਜ ਪਰਮੇਸ਼ਰ ਨੇ ਇਸ ਸੰਦੇਸ਼ ਦਾ ਸਾਨੂੰ ਮੌਕਾ ਦਿੱਤਾ ਹੈ। ਨਾ ਤਾਂ ਬਲ ਨਾਲ, ਨਾ ਸ਼ਕਤੀ ਨਾਲ, ਪਰ ਤੇਰੇ ਆਤਮਾ ਦੇ ਰਾਹੀਂ ਹੋ ਸਕਦਾ ਹੈ। ਫਿਰ ਅੱਗੇ ਕਹਿੰਦਾ ਕਿ ਤੁਸੀਂ ਆਤਮਾ ਵਿੱਚ ਪ੍ਰਾਰਥਨਾ ਕਰ ਸਕਦੇ ਹੋ, ਕਿ ਤੁਸੀਂ ਆਤਮਾ ਵਿੱਚ ਗਾ ਸਕਦੇ ਹੋ, ਕਿ ਤੁਸੀਂ ਆਤਮਾ ਵਿੱਚ ਸੰਦੇਸ਼ ਦੇ ਸਕਦੇ ਹੋ, ਕਿ ਤੁਸੀਂ ਆਤਮਾ ਦੀ ਅਗਵਾਈ ਵਿੱਚ ਚੱਲ ਰਹੇ ਹੋ। ਇਸ ਗੀਤ ਨਾਲ ਤੁਸੀਂ ਆਤਮਾ ਦੇ ਅਧਿਕਾਰ ਵਿੱਚ ਹੋ। ਇਸ ਰੀਤ ਨਾਲ ਪ੍ਰਭੂ ਦਾ ਕੰਮ ਹੋ ਸਕਦਾ ਹੈ, ਪੈਸੇ ਨਾਲ ਨਹੀਂ, ਮਕਾਨ ਜਾਂ ਜਗ੍ਹਾ ਦੇਣ ਦੇ ਨਾਲ ਨਹੀਂ, ਤਾਲੀਮ ਦੇ ਨਾਲ ਨਹੀਂ, ਮਨੁੱਖੀ ਪਿਆਰ ਦੇ ਨਾਲ ਨਹੀਂ, ਪੈਸੇ ਨਾਲ ਨਹੀਂ। ਕਈ ਲੋਕਾਂ ਦੇ ਕੰਮ ਬਹੁਤ ਪੈਸਾ ਦਿੰਦੇ ਆ, ਉਹਨਾਂ ਦੇ ਕੰਮ ਪ੍ਰਗਟ ਹੈ, ਬਹੁਤ ਪੈਸਾ ਦਿੰਦੇ ਆ, ਪਰ
ਉਹ ਆਪਣੇ ਅੰਤःਕਰਨ ਨੂੰ ਉਸ ਪਾਪ ਦੇ ਪ੍ਰਤੀ ਬਦਲਦੇ ਨੇ। ਉਹ ਕਹਿੰਦੇ ਆ ਜੇ ਅਸੀਂ ਪੈਸੇ ਦੇ ਰਹੇ ਹਾਂ, ਭਲਾ ਕਰ ਰਹੇ, ਸਾਡੇ ਪਾਪ ਕੱਟ ਰਹੇ। ਜਿਸ ਤਰ੍ਹਾਂ ਕਈ ਲੋਕ ਕਹਿੰਦੇ ਆ ਆਟਾ ਦੇ ਦਿਓ, ਤੇਲ ਦੇ ਦਿਓ, ਮੱਛੀਆਂ ਨੂੰ ਆਟਾ ਪਾ ਦਿਓ, ਕਾਟਿਆਂ ਨੂੰ ਆਪਣਾ ਤਿਲ ਚੋੜੀ ਪਾ ਦਿਓ, ਜਾਂ ਕਿਸੇ ਨੂੰ ਖਾਣਾ ਖਿਲਾ ਦਿਓ, ਜਾਂ ਕਿਸੇ ਦਾ ਭਲਾ ਕਰ ਦਿਓ ਤੇ ਸਾਡੇ ਪਾਪ ਮਾਫ ਹੋ ਜਾਣਗੇ, ਪਰਮੇਸ਼ਵਰ ਦੀ ਕਿਰਪਾ ਸਾਡੇ ਉੱਤੇ ਹੋ ਜਾਏਗੀ। ਨਥਿੰਗ। ਬਾਈਬਲ ਦੇ ਵਿੱਚ ਲਿਖਿਆ ਹੈ ਸਾਡੇ ਕੰਮ, ਸਾਡੇ ਧਰਮ ਦੇ ਕੰਮ ਪਰਮੇਸ਼ਵਰ ਦੇ ਅੱਗੇ ਮੈਲੇ ਚਿੱਥੜੇ ਕੱਪੜਿਆਂ ਦੇ ਸਮਾਨ ਹੈ। ਯਸ਼ਾਇਆ ਦੀ ਪੁਸਤਕ ਦੇ ਵਿੱਚ ਉਸ ਦੀ 64 ਅਧਿਆਇ ਦੇ ਵਿੱਚ ਲਿਖਿਆ ਹੋਇਆ, ਉਸ ਦੀ 8 ਆਇਤ। ਜੇ ਸਾਡੇ ਕੰਮ ਇਸ ਤਰ੍ਹਾਂ ਦੇ ਹੈ ਤਾਂ ਫਿਰ ਅਸੀਂ ਪਰਮੇਸ਼ਵਰ ਦੇ ਆਤਮਾ ਦੇ ਵਿੱਚ ਕਿਸ ਤਰ੍ਹਾਂ ਉਸ ਦੇ ਚਾਨਣ ਨੂੰ ਫੈਲਾ ਸਕਦੇ ਹਾਂ। ਸਾਡਾ ਪੈਸਾ ਸਾਡੇ ਵਿੱਚ ਭਲਾਈ ਨੂੰ ਪ੍ਰਗਟ ਨਹੀਂ ਕਰੇਗਾ। ਔਰ ਕਈ ਮੈਂ ਸੇਵਕਾਂ ਨੂੰ ਦੇਖਿਆ ਵੀ ਹੈ, ਉਹ ਪੈਸੇ ਨੂੰ ਲੈਂਦੇ ਆ, ਅਜਿਹੇ ਪੈਸੇ ਨੂੰ ਲੈ ਰਹੇ ਆ ਜਿਸ ਪੈਸੇ ਦੇ ਵਿੱਚ ਪਾਪ ਹੈ। ਇਹ ਕੰਮ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਹੈ, ਜਦੋਂ ਪ੍ਰਭੂ ਯਿਸੂ ਮਸੀਹ ਮੰਦਿਰ ਦੇ ਵਿੱਚ ਉਹਨਾਂ ਨੂੰ ਜਿਹੜੇ ਉਸ ਜਗ੍ਹਾ ਦੇ ਉੱਤੇ ਸ਼ਰਾਫਾਂ ਦੇ ਉੱਤੇ ਬੈਠੇ ਸ਼ਕੇਲ ਦੇ ਰਹੇ ਸੀ, ਕਬੂਤਰ ਵੇਚ ਰਹੇ ਸੀ ਅਤੇ ਇਸ ਤਰ੍ਹਾਂ ਦੇ ਧੰਦੇ ਕਰ ਰਹੇ ਸੀ, ਉਹ ਇਸ ਦੇ ਨਾਲ ਸੋਚ ਰਹੇ ਸੀ ਕਿ ਇਹ ਪੈਸਾ ਇਕੱਠਾ ਕਰਕੇ ਲੋਕਾਂ ਨੂੰ ਲੁੱਟ ਕੇ ਉਹਨਾਂ ਦੇ ਲਈ ਅਸੀਂ ਮੰਦਿਰ ਦੀ ਮੁਰੰਮਤ ਕਰਕੇ ਭਲਾ ਕਰ ਦੇਵਾਂਗੇ। ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਇਸ ਤਰ੍ਹਾਂ ਨਹੀਂ, ਤੁਸੀਂ ਪਰਮੇਸ਼ਰ ਦੀ ਭਗਤੀ ਕਰ ਸਕਦੇ ਹੋ। ਇਹ ਪਰਮੇਸ਼ਰ ਦੇ ਅੱਗੇ ਪ੍ਰਵਾਨ ਨਹੀਂ ਹੈ, ਇਹ ਪਰਮੇਸ਼ਰ ਚਾਹੁੰਦਾ ਨਹੀਂ ਹੈ। ਇਹ ਲੰਗੜੀ ਭੇਂਟ ਹੈ ਜਿਸ ਤੋਂ ਪਰਮੇਸ਼ਰ ਨੂੰ ਸੂਗ ਆਉਂਦੀ ਹੈ। ਇਹ ਕਾਣੀ ਭੇਂਟ ਹੈ ਜਿਸ ਤੋਂ ਪਰਮੇਸ਼ਰ ਨੂੰ ਸੂਗ ਆਉਂਦੀ ਹੈ। ਅਸੀਂ ਚਾਨਣ ਵਾਲਾ ਕੰਮ ਕਰਨਾ ਹੈ, ਔਰ ਚਾਨਣ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਅਤੇ ਦਇਆ ਪ੍ਰਗਟ ਹੁੰਦੀ ਹੈ। ਔਰ ਉਹ ਚਾਨਣ ਹੈ ਯਿਸੂ ਮਸੀਹ, ਜਿਸ ਨੇ ਦਇਆ ਅਤੇ ਕਿਰਪਾ ਸਾਡੇ ਵਿੱਚ ਆਪਣੀ ਜਾਨ ਦੇ ਕੇ ਕਲਵਰੀ ਕਰੂਸ ਦੇ ਉੱਤੇ ਪ੍ਰਗਟ ਕੀਤੀ ਹੈ। ਇਸੇ ਕਰਕੇ ਜ਼ਕਰਿਆ ਕਹਿੰਦਾ ਨਾ ਤਾਂ ਸ਼ਕਤੀ ਤੇ ਨਾ ਬਲ ਨਾਲ, ਪਰ ਪਰਮੇਸ਼ਰ ਦੇ ਆਤਮਾ ਨਾਲ ਇਹ ਹੋ ਸਕਦਾ ਹੈ। ਪਰਮੇਸ਼ਰ ਦੇ ਸੰਦੇਸ਼ ਨੂੰ ਫੈਲਾਉਣਾ, ਪਰਮੇਸ਼ਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨਾ, ਦੂਸਰਿਆਂ ਨੂੰ ਪਰਮੇਸ਼ਰ ਦੇ ਸੰਦੇਸ਼ ਦੇ ਕੇ ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ, ਇਹ ਪਰਮੇਸ਼ਰ ਨੇ ਮੇਰੇ ਅਤੇ ਆਪ ਦੇ ਲਈ ਇੰਤਜ਼ਾਮ ਕੀਤਾ ਹੈ। ਔਰ ਉਸ ਤੋਂ ਅਸੀਂ ਅੱਗੇ ਦੇਖਦੇ ਹਾਂ, ਸਿਰਫ ਪਵਿੱਤਰ ਆਤਮਾ ਚਾਨਣ ਦਿੰਦਾ ਹੈ ਅਤੇ ਪਰਮੇਸ਼ਰ ਦੇ ਦੀਪਕ ਅਖਵਾਣ ਦੇ ਯੋਗ ਉਹ ਹਨ ਜਿਨ੍ਹਾਂ ਦੇ ਵਿੱਚ ਇਹ ਆਤਮਾ ਦੀ ਜੋਤੀ, ਆਤਮਾ ਦਾ ਪ੍ਰਕਾਸ਼ ਜਾਗਰਿਤ ਹੈ। ਇਹ ਕਿੱਦਾਂ ਹੈ ਮੇਰੇ ਭਾਈ? ਇਹ ਰੋਲਾ ਪਾਉਣ ਦੇ ਨਾਲ ਨਹੀਂ, ਭੰਗੜੇ ਪਾਉਣ ਦੇ ਨਾਲ ਨਹੀਂ, ਤਾੜੀਆਂ ਮਾਰਨ ਦੇ ਨਾਲ ਨਹੀਂ। ਬਾਈਬਲ ਦੇ ਵਿੱਚ ਬੜਾ ਸਿੰਪਲ ਹੈ। ਜਦੋਂ ਅਸੀਂ ਅਫੀਸੀਆਂ ਦੀ ਪੁਸਤਕ ਉਸਦਾ 1 ਅਧਿਆਇ ਉਸ ਦੀ 13 ਆਇਤ ਨੂੰ ਪੜ੍ਹਦੇ ਹਾਂ, ਲਿਖਿਆ ਹੈ, ਜਾਂ ਮੈਂ ਪਰਮੇਸ਼ਰ ਦੀ ਖੁਸ਼ਖਬਰੀ ਨੂੰ ਸੁਣਿਆ ਅਤੇ ਉਸ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਨਿਹਚਾ ਕੀਤੀ ਔਰ ਵਿਸ਼ਵਾਸ ਕੀਤਾ, ਤਦ ਵਾਅਦੇ ਦੇ ਅਨੁਸਾਰ ਪਰਮੇਸ਼ਰ ਦੀ ਪਵਿੱਤਰ ਆਤਮਾ ਦਾ ਮੇਰੇ ਉੱਤੇ ਆਉਣਾ ਹੋ ਗਿਆ ਅਤੇ ਉਹ ਮੋਹਰ ਲੱਗ ਗਈ ਮੇਰੇ ਉੱਤੇ। ਇਹਦਾ ਮਤਲਬ ਪਵਿੱਤਰ ਆਤਮਾ ਮੇਰੇ ਅੰਦਰ ਆ ਗਿਆ। ਜਦੋਂ ਮੈਂ ਕਿਹਾ ਪ੍ਰਭੂ ਜੀ ਤੂੰ ਮੇਰੇ ਪਾਪੇ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ, ਹੁਣ ਤੂੰ ਮੇਰਾ ਪ੍ਰਭੂ ਹੈ, ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ। ਹੁਣ ਇਸ ਜੀਵਨ ਨੂੰ ਆਪਣੀ ਇੱਛਾ ਦੇ ਅਨੁਸਾਰ ਚਲਾ ਔਰ ਤੇਰੇ ਲਹੂ ਦੇ ਰਾਹੀਂ ਜਿਹੜਾ ਕਲਵਰੀ ਕਰੂਸ ਦੇ ਉੱਤੇ ਮੇਰੇ ਲਈ ਬਹਾਇਆ ਗਿਆ, ਮੈਂ ਸਵੀਕਾਰ ਕਰਦਾ ਹਾਂ ਕਿ ਉਸ ਦੇ ਰਾਹੀਂ ਮੇਰੇ ਸਾਰੇ ਪਾਪ ਮਾਫ ਹੋਏ। ਮੈਂ ਮੰਨਦਾ ਹਾਂ
यसु मसीह ही प्रभु है। ये बेनती, ये प्रार्थना प्रभु यसु मसीह के नाम दे विच मंग लैंदा। आमीन। इस तरीके दे नाल परमेश्वर दा पवित्र आत्मा सदा सदा दे लई मेरे विच आ जांदा है। और परमेश्वर दा वो पवित्र आत्मा की है? वो तेल की है जिस नूं तेल इकट्ठा करन दे लई क्या मतलब कि नरोल कुटमा तेल, शुद्ध खालस तेल, वो की है? परमेश्वर दा पवित्र वचन ਜਿਹੜਾ ਮੈਨੂੰ ਅਤੇ ਆਪ ਨੂੰ ਦਿੱਤਾ ਗਿਆ, ਜਿਸ ਦੇ ਲਈ ਬਾਈਬਲ ਦੇ ਵਿੱਚ ਲਿਖਿਆ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ। ਦੂਸਰਾ ਤਿਮੋਥੀਅਸ 3 ਦਾ 16-17 ਦੇ ਵਿੱਚ ਲਿਖਿਆ ਹੈ, ਤਾਂ ਕਿ ਪਰਮੇਸ਼ਵਰ ਦਾ ਬੰਦਾ ਸਿੱਧ ਅਤੇ ਕਾਮਿਲ ਹੋਵੇ। ਉਹ ਪਰਮੇਸ਼ਵਰ ਦੀ ਕਿਰਪਾ ਅਤੇ ਦਇਆ ਨੂੰ ਚੱਕ ਕੇ ਉਸ ਦੇ ਸੰਦੇਸ਼ ਨੂੰ ਫੈਲਾਵੇ। ਚੇਲਿਆਂ ਨੇ ਜਦੋਂ ਇਹ ਉਹਨਾਂ ਦੇ ਵਿੱਚ ਆ ਗਿਆ ਤਦ ਕੀ ਕੀਤਾ? ਉਹਨਾਂ ਨੇ ਤਾੜੀਆਂ ਮਾਰੀਆਂ, ਉਹਨਾਂ ਨੇ ਰੌਲਾ ਪਾਇਆ, ਉਹਨਾਂ ਨੇ ਭੰਗੜੇ ਪਾਏ? ਨਹੀਂ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਪਰਮੇਸ਼ਵਰ ਦੇ ਸੰਦੇਸ਼ ਨੂੰ ਦਿੱਤਾ। ਪਹਿਲਾ ਸਰਮਨ ਪਹਿਲੀ ਸ਼ਤਾਬਦੀ ਦੇ ਵਿੱਚ ਔਰ ਪਹਿਲੀ ਕਲੀਸਿਆ ਦੇ ਵਿੱਚ ਪਤਰਸ ਨੇ ਦਿੱਤਾ। 3 ਤੋਂ 4 ਹਜ਼ਾਰ ਲੋਕ ਬਚ ਗਏ। ਉੱਥੇ ਉਸਨੇ ਕੁਝ ਨਹੀਂ ਕੀਤਾ। ਜਦੋਂ ਇਹ ਤੇਲ, ਇਹ ਆਤਮਾ ਮੇਰੇ ਵਿੱਚ ਆ ਗਿਆ, ਇਹ ਵਚਨ ਮੇਰੇ ਵਿੱਚ ਆ ਗਿਆ, ਤਾਂ ਮੈਂ ਉਸ ਨੂੰ ਫੈਲਾਉਣਾ ਸ਼ੁਰੂ ਕਰ ਦਿੱਤਾ। ਇਹ ਹਰ ਇੱਕ ਉਸ ਵਿਸ਼ਵਾਸੀ ਦਾ ਕੰਮ ਹੈ ਜਿਹਨੇ ਤੌਬਾ ਕਰ ਲਈ ਹੈ ਔਰ ਜਿਹਨੇ ਪਰਮੇਸ਼ਵਰ ਦੀ ਆਗਿਆ ਨੂੰ ਬਪਤਿਸਮੇ ਦੇ ਰਾਹੀਂ ਇਸ ਜਗ੍ਹਾ ਦੇ ਉੱਤੇ ਪੂਰਾ ਕਰ ਲਿਆ, ਜੋ ਕਲੀਸਿਆ ਦਾ ਅੰਗ ਬਣ ਗਿਆ। ਉਸ ਦਾ ਕੰਮ ਹੈ ਉਹ ਜਾਵੇ, ਜਾ ਕੇ ਸੰਸਾਰ ਦੇ ਵਿੱਚ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰੇ। ਅੱਜ ਅਸੀਂ ਕਰ ਕੀ ਰਹੇ? ਮੈਂ ਗਾਣ ਦੇ ਖਿਲਾਫ ਨਹੀਂ ਹਾਂ, ਗਾਣਾ ਨਾ ਗਾਓ, ਗਾਓ ਪ੍ਰਭੂ ਦੀ ਭਗਤੀ ਦਾ ਗਾਣਾ ਗਾਓ। ਮੈਂ ਪ੍ਰਾਰਥਨਾ ਕਰਨ ਦੇ ਖਿਲਾਫ ਨਹੀਂ, ਪ੍ਰਾਰਥਨਾ ਕਰੋ, ਬਾਈਬਲ ਕਹਿੰਦੀ ਹੈ ਕਰੋ। ਪਰ ਜੋ ਪਰਮੇਸ਼ਵਰ ਨੇ ਮੈਨੂੰ ਅਤੇ ਆਪ ਨੂੰ ਅਤੇ ਉਸ ਸਮੇਂ ਚੇਲਿਆਂ ਨੂੰ ਜ਼ਿੰਮੇਵਾਰੀ ਕੀਤੀ ਕਿ ਅਸੀਂ ਉਹ ਕੰਮ ਕਰ ਰਹੇ ਹਾਂ, ਕਿਰਪਾ ਅਤੇ ਦਇਆ ਨੂੰ ਫੈਲਾ ਰਹੇ ਹਾਂ, ਜਿਸ ਦਾ ਚਾਨਣ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਵਿੱਤਰ ਆਤਮਾ ਦੇ ਵਿੱਚ ਮੇਰੇ ਅੰਦਰ ਡੋਲਿਆ ਗਿਆ, ਮੇਰੇ ਅੰਦਰ ਅੰਤਕਰਨ ਤੱਕ ਪਾਇਆ ਗਿਆ। ਕੀ ਮੈਂ ਉਸ ਦਾ ਪ੍ਰਚਾਰ ਕਰ ਰਿਹਾ? ਕੀ ਮੈਂ ਉਸ ਦਾ ਸੰਦੇਸ਼ ਦੇ ਰਿਹਾ? ਇਹੀ ਤਾਂ ਇੱਥੇ ਪਰਮੇਸ਼ਰ ਦਾ ਵਚਨ ਕਹਿ ਰਿਹਾ, ਅਸੀਂ ਉਹ ਕਰੀਏ। ਕਹਿੰਦਾ ਜੇ ਪਵਿੱਤਰ ਆਤਮਾ ਹਰ ਰੋਜ਼ ਤੁਹਾਡੇ ਜੀਵਨ ਵਿੱਚ ਕੰਮ ਕਰਦਾ ਹੋਵੇ, ਇਸ ਤਰੀਕੇ ਨਾਲ ਪਰਮੇਸ਼ਰ ਦਾ ਕੰਮ ਹੋ ਸਕਦਾ ਹੈ। ਇਹ ਤਾਂ ਧਰਤੀ ਤੇ ਪਰਮੇਸ਼ਰ ਦੇ ਲੋਕਾਂ ਦੀ ਸਵਰਗੀ ਬੁਲਾਹਟ ਇਸ ਦੇ ਰਾਹੀਂ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ। ਪਰਮੇਸ਼ਰ ਦੇ ਆਤਮਾ ਰੂਪੀ ਜਿਉਂਦੇ ਤੇਲ ਨਾਲ ਜਗਦੇ ਰਹਿਣਾ ਹੈ, ਹਮੇਸ਼ਾ ਜਗਦੇ ਰਹਿਣਾ ਹੈ। ਬਾਈਬਲ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਜਗਤ ਦੇ ਚਾਨਣ ਨੇ। 5 ਅਧਿਆਏ ਦੇ ਵਿੱਚ ਮਤੀ, ਜੇ ਅਸੀਂ ਜਗਤ ਦੇ ਚਾਨਣ ਹਾਂ ਤਾਂ ਸਾਡਾ ਚਾਨਣ ਚਮਕਣਾ ਕਿੱਥੇ ਗਿਆ? ਕਿ ਇਸ ਚਾਨਣ ਦੀ ਜੋ ਪਰਮੇਸ਼ਰ ਨੇ ਸਾਨੂੰ ਆਪਣੇ ਪੁੱਤਰ ਦੇ ਵਿੱਚ ਚਾਨਣ ਬਣਾਇਆ ਹੈ, ਉਹ ਤੇਲ ਪਾ ਕੇ ਸਾਨੂੰ ਉਸਨੇ ਪ੍ਰਕਾਸ਼ਵਾਨ ਕੀਤਾ ਕਿ ਉਹ ਪ੍ਰਕਾਸ਼ ਸਾਡੇ ਜੀਵਨਾਂ ਦੇ ਰਾਹੀਂ ਸਾਡੇ ਆਲੇ ਦੁਆਲੇ ਚਮਕ ਰਿਹਾ ਹੈ। ਉਸ ਦੀ ਕਿਰਪਾ ਅਤੇ ਦਇਆ ਚਮਕ ਰਹੀ ਹੈ। ਕਈ ਲੋਕਾਂ ਦੇ ਜੀਵਨਾਂ ਦੇ ਬਾਰੇ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਂਦਾ ਹਾਂ, ਕਿਤੇ ਕਹਿੰਦਾ ਯਾਰ ਇਹ ਮਸੀਹੀ ਹੈ, ਲੱਗਦਾ ਤਾਂ ਨਹੀਂ ਹੈ, ਇਹਦਾ ਜੀਵਨ ਤਾਂ ਉਹੀ ਹੈ। ਪਹਿਲਾਂ ਵੀ ਗਾਲਾਂ ਕੱਢਦਾ ਸੀ, ਹੁਣ ਵੀ ਗਾਲਾਂ ਕੱਢਦਾ। ਪਹਿਲਾਂ ਵੀ ਚੁਗਲੀਆਂ ਕਰਦਾ ਹੈ, ਹੁਣ ਵੀ ਚੁਗਲੀਆਂ ਕਰਦਾ। ਪਹਿਲਾਂ ਵੀ ਬੁਰਾਈ ਕਰਦਾ ਸੀ, ਹੁਣ ਵੀ ਬੁਰਾਈ ਕਰਦਾ। ਕੀ ਸਾਡਾ ਜੀਵਨ ਇਸ ਤਰ੍ਹਾਂ ਹੈ? ਸਾਡੇ ਵਿੱਚ ਪਰਮੇਸ਼ਵਰ ਦੇ ਆਤਮਾ ਦਾ ਚਾਨਣ ਚਮਕਣਾ ਚਾਹੀਦਾ ਹੈ। ਤੁਸੀਂ ਜਗਤ ਦੇ ਚਾਨਣ ਹੋ। ਕੀ ਤੁਸੀਂ ਅਜਿਹਾ ਆਖ ਸਕਦੇ ਹੋ ਮੇਰੇ ਵਿੱਚ ਪ੍ਰਭੂ ਦਾ ਨਹੀਂ ਪਰ ਪਰਮੇਸ਼ਵਰ ਦਾ ਚਾਨਣ ਹੈ? ਕੀ ਤੁਸੀਂ ਇਹ ਆਖ ਸਕਦੇ ਹੋ ਕਿ ਮੇਰੇ ਵਿੱਚ ਮਨੁੱਖ ਦਾ ਨਹੀਂ ਪਰ ਪਰਮੇਸ਼ਵਰ ਦਾ ਚਾਨਣ ਚਮਕ ਰਿਹਾ? ਕੀ ਤੁਸੀਂ ਅਜਿਹਾ ਆਖ ਸਕਦੇ ਹੋ ਮੇਰੇ ਵਿੱਚ ਜੋ ਚਾਨਣ ਵਲਦਾ ਹੈ ਉਹ ਮਸੀਹ ਯਿਸੂ ਦਾ? ਦੀਪਕ ਵਿੱਚ ਬਲਦਾ ਹੋਇਆ ਜੈਤੂਨ ਦਾ ਤੇਲ ਪਰਮੇਸ਼ਰ ਦੇ ਆਤਮਾ ਨੂੰ ਦਰਸਾਉਂਦਾ ਹੈ।
ਉਸ ਦੇ ਵਚਨ ਨੂੰ ਦਰਸਾਉਂਦਾ ਹੈ। ਜਿਨ੍ਹਾਂ ਨੇ ਪਰਮੇਸ਼ਵਰ ਦੇ ਆਤਮਾ ਨੂੰ ਪਾਇਆ, ਭਾਵ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਵਿੱਚ ਪਾ ਲਿਆ, ਉਹ ਆਤਮਾ ਵਿੱਚ ਚੱਲਦੇ ਹਨ, ਉਹ ਪਰਮੇਸ਼ਵਰ ਦੇ ਵਚਨ ਵਿੱਚ ਚੱਲਦੇ ਹਨ। ਉਹੀ ਪਰਮੇਸ਼ਵਰ ਦੇ ਚਾਨਣ ਦੇ ਨਾਲ ਤੇਜਵਾਨ ਪੁੱਤਰਾਂ ਦੀ ਵਾਂਗ ਇਸ ਦੁਨੀਆ ਦੇ ਵਿੱਚ ਦਿਸਦੇ ਹਨ। ਅਤੇ ਪਰਮੇਸ਼ਵਰ ਉਹਨਾਂ ਦੇ ਬਾਰੇ ਸਾਖੀ ਦਿੰਦਾ, ਇਹ ਮੇਰਾ ਪਿਆਰਾ ਪੁੱਤਰ ਹੈ। ਕਿ ਸਾਡੇ ਬਾਰੇ ਕੋਈ ਸਾਖੀ ਦੇ ਰਿਹਾ? ਜੇ ਤਾਂ ਨਹੀਂ, ਇਸ ਲਈ ਨਹੀਂ ਦੇ ਰਿਹਾ ਕਿਉਂਕਿ ਤੁਸੀਂ ਪ੍ਰਚਾਰ ਨਹੀਂ ਕਰ ਰਹੇ, ਤੁਸੀਂ ਘਰ 'ਚ ਬੈਠੇ ਹੋ। ਤੁਸੀਂ ਕਹਿੰਦੇ ਆ ਇਹ ਤਾਂ ਕੰਮ ਪ੍ਰਚਾਰਕ ਦਾ ਹੈ, ਪ੍ਰਚਾਰਕ ਕਰੂਗਾ, ਸਾਡੀ ਲੋੜ ਨਹੀਂ। ਪ੍ਰਚਾਰਕ ਨੂੰ ਜੋ ਕੰਮ ਦਿੱਤਾ ਗਿਆ ਮੱਛੀਆਂ ਫੜਨ ਦਾ, ਉਹਨੇ ਫੜਨਾ ਹੀ ਹੈ। ਕੀ ਤੁਹਾਡਾ ਕੰਮ ਨਹੀਂ? ਉੱਥੇ ਜਦੋਂ ਮਰਕੁਸ ਦੀ ਅੰਜੀਲ 16 ਦਾ 15 ਪੜ੍ਹਦੇ ਹਾਂ ਤਾਂ ਉੱਥੇ ਕਹਿੰਦਾ ਹੈ, ਜਾਓ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਪ੍ਰਚਾਰ। ਉੱਥੇ ਨਹੀਂ ਲਿਖਿਆ ਪ੍ਰਚਾਰਕ ਕਰ, ਉੱਥੇ ਨਹੀਂ ਲਿਖਿਆ ਕ੍ਰਿਸਚਨ ਕਰ, ਉੱਥੇ ਲਿਖਿਆ ਹੈ ਬਲੀਵਰਸ, ਚੇਲੇ। ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਚਾਨਣ ਨਹੀਂ ਹੋ? ਉਹ ਚਾਨਣ ਤੁਹਾਡੇ ਦਿਲਾਂ ਦੇ ਵਿੱਚ ਪਾਇਆ ਹੋਇਆ ਹੈ, ਉਹ ਦੂਸਰਿਆਂ ਤੱਕ ਚਮਕਣਾ ਚਾਹੀਦਾ ਹੈ। ਉਹ ਕਿੱਦਾਂ ਚਮਕੇਗਾ? ਦਇਆ ਅਤੇ ਕਿਰਪਾ ਦੇ ਨਾਲ। ਜੇ ਤੁਹਾਡੇ ਕੋਲ ਦਇਆ ਅਤੇ ਕਿਰਪਾ ਜੋ ਮਸੀਹ ਯਿਸੂ ਦੇ ਵਿੱਚ ਤੁਹਾਡੇ ਉੱਤੇ ਹੋਈ ਹੈ ਤਾਂ ਤੁਸੀਂ ਕਰ ਸਕਦੇ ਹੋ, ਅਨਥਿਆ ਨਹੀਂ। ਇਸ ਲਈ ਆਓ ਅਸੀਂ ਪਰਮੇਸ਼ਵਰ ਦੀ ਦਇਆ ਤੇ ਕਿਰਪਾ ਦਾ ਸੰਦੇਸ਼ ਇਸ ਜਗਤ ਦੇ ਵਿੱਚ ਮਸੀਹ ਦੀ ਸਮਰੱਥ ਨਾਲ ਫੈਲਾਈਏ। ਜਿਸ ਦੇ ਲਈ ਪੌਲਸ ਕਹਿੰਦਾ, ਜੋ ਮੈਨੂੰ ਸਮਰੱਥ ਦਿੰਦਾ, ਜੋ ਮੈਨੂੰ ਬਲ ਦਿੰਦਾ ਹੈ, ਉਸ ਵਿੱਚ ਮੈਂ ਸਭ ਕੁਝ ਕਰ ਸਕਦਾ। ਅਸੀਂ ਵੀ ਉਸ ਬਲ ਵਿੱਚ ਪਰਮੇਸ਼ਵਰ ਦੀ ਦਇਆ ਅਤੇ ਕਿਰਪਾ ਦੇ ਸੰਦੇਸ਼ ਨੂੰ ਫੈਲਾਈਏ, ਜਿਸ ਦੇ ਰਾਹੀਂ ਮੈਂ ਬਚਿਆ ਤੇ ਬਾਕੀ ਵੀ ਬਚ ਜਾਣ। ਪਰਮੇਸ਼ਵਰ ਆਪ ਨੂੰ ਅਜਿਹਾ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ।